गुड मॉर्निंग स्टूडेंट्स ਆਪਾਂ ਕਰ ਰਹੇ ਸੀ ਸਟੈਟਿਕਸ ਚੈਪਟਰ ਇੰਡੀਅਨ ਇਕਨੋਮੀ ਦਾ। ਉਹਦੇ ਵਿੱਚ ਆਪਾਂ ਮੀਨਿੰਗ ਕਰੈਕਟਰਿਸਟਿਕਸ ਕਰ ਲਏ ਸੀ। ਅੱਜ ਆਪਾਂ ਕਰਾਂਗੇ ਫੰਕਸ਼ਨ ਆਫ ਸਟੈਟਿਕਸ ਕਿ ਸਟੈਟਿਕਸ ਦੇ ਕੰਮ ਕੀ ਨੇ, ਸਟੈਟਿਕਸ ਕੀ ਕੰਮ ਹੈ ਸਟੈਟਿਕਸ ਦੇ। ਫਸਟ ਪੁਆਇੰਟ, ਟੂ ਪ੍ਰੈਜੈਂਟ ਫੈਕਟ ਇਨ ਡੈਫੀਨਿਟ ਫਾਰਮ ਕਿ ਜਿਹੜਾ ਸਟੈਟਿਕਸ ਹੈ ਉਹ ਕਿਸੇ ਵੀ ਡਾਟੇ ਨੂੰ ਡੈਫੀਨਿਟ ਫਾਰਮ ਦੇ ਵਿੱਚ ਕੀ ਹੈ ਰਿਪਰੈਜ਼ੈਂਟ ਕਰਦਾ ਹੈ। ਮਤਲਬ ਕਿਵੇਂ ਡੈਫੀਨਿਟ ਫਾਰਮ ਦੇ ਵਿੱਚ ਕਰਦਾ ਹੈ, ਹੁਣ ਜਿਵੇਂ we can represent the things in their form in true form with the help of figures without a statistical study ਕਿ ਆਪਾਂ ਕਿਸੇ ਵੀ ਸਟੈਟਿਕਲ ਸਟੱਡੀ ਨੂੰ ਦੀ ਹੈਲਪ ਤੋਂ ਬਿਨਾ ਜਿਹੜੇ ਆਪਣੀ ਹੈ, ਜੇਕਰ ਸਟੈਟਿਕਲ ਸਟੱਡੀ ਨਹੀਂ ਹੋਏਗੀ ਤਾਂ ਸਾਡੇ ਆਈਡੀਆ ਨੇ ਜਾਂ ਜੋ ਵੀ ਅਸੀਂ ਇਕੱਠਾ ਕੀਤਾ ਸਾਡੇ ਮਾਈਂਡ ਵਿੱਚ ਜੋ ਕੁਝ ਵੀ ਆ ਰਿਹਾ ਉਹ ਵੈਗੀ ਹੋ ਜਾਊਗਾ, ਇਨਡੈਫੀਨਿਟ ਹੋ ਜਾਏਗਾ, ਉਹਨੂੰ ਅਸੀਂ ਪ੍ਰੂਫ ਨਹੀਂ ਕਰ ਪਾਵਾਂਗੇ। ਲੇਕਿਨ ਜੇਕਰ ਸਾਡੇ ਕੋਲ ਸਟੈਟਿਕਸ ਹੋਏਗਾ, ਡਾਟਾ ਹੋਏਗਾ, ਡਾਟੇ ਦੇ ਨਾਲ ਕੀ ਹੈ, ਡਾਟੇ ਦੀ ਹੈਲਪ ਦੇ ਨਾਲ ਅਸੀਂ ਫਿਗਰਸ ਬਣਾ ਸਕਦੇ ਹਾਂ, ਠੀਕ ਹੈ, ਜਿਹਨਾਂ ਸਾਡਾ ਡਾਟਾ ਕਿ ਮੀਨਿੰਗਫੁਲ ਹੋ ਜਾਏਗਾ। ਹੁਣ ਜਿਵੇਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸਦੇ, ਸ਼ਾਇਦ ਤੁਹਾਨੂੰ ਸਮਝ ਨਹੀਂ ਆਇਆ, ਜਿਵੇਂ ਤੁਹਾਡਾ ਰਿਜ਼ਲਟ ਹੈ, ਜੇ ਤੁਹਾਡਾ ਰਿਜ਼ਲਟ ਬਣਾਇਆ ਜਾਂਦਾ, ਹੁਣ ਤੁਹਾਡੀ ਸਾਰੀ ਕਲਾਸ ਵਿੱਚ ਬਹੁਤ ਬੱਚੇ ਹੁੰਦੇ ਨੇ, ਇੰਟੈਲੀਜੈਂਟ ਵੀ ਨੇ, ਹਰ ਤਰ੍ਹਾਂ ਦੇ ਨੇ, ਨੋਰਮਲ ਵੀ ਨੇ, ਕਈ ਹੁੰਦੇ ਨੇ ਥੋੜ੍ਹੇ ਜਿਹੇ ਲੋ ਹੁੰਦੇ ਨੇ ਸਟੱਡੀ ਦੇ ਵਿੱਚ, ਹੈ ਨਾ, ਸਭ ਦੀ ਆਪਦੀ ਦੀ ਕਪੈਸਿਟੀ ਹੁੰਦੀ ਹੈ। ਹੁਣ ਜੇਕਰ ਆਪਾਂ ਨੂੰ ਪੁਆਇੰਟਸ ਦੇ ਕੇ ਆਪਾਂ ਨੂੰ ਈਜ਼ੀ ਹੋ ਜਾਂਦਾ ਵੈ ਉਹਨੂੰ ਰਿਪਰੈਜ਼ੈਂਟ ਕਰਨਾ, ਰਿਜ਼ਲਟ ਮੇਨਟੇਨ ਕਰਨਾ। ਹੁਣ ਆਪਾਂ ਪੋਜੀਸ਼ਨਸ ਨਿਕਾਲਦੇ ਹਾਂ ਕਿ 60% ਤੋਂ ਅਬਵ ਵਾਲੇ ਮਾਰਕਸ ਦੇ ਬੱਚੇ ਦੀ ਫਸਟ ਪੋਜੀਸ਼ਨ ਹੈ, ਜਿਹਦੇ 50-60 ਹੈ ਉਹ ਸੈਕਿੰਡ ਪੋਜੀਸ਼ਨ ਹੈ। ਇਹ ਆਪਾਂ ਤਾਂ ਹੀ ਬਣਾ ਪਾਉਂਦੇ ਹਾਂ, ਤਾਂ ਹੀ ਆਪਾਂ ਰਿਜ਼ਲਟ ਨੂੰ ਡਿਫਾਈਨ ਕਰ ਸਕਦੇ ਹਾਂ, ਕਿਉਂਕਿ ਸਾਡੇ ਕੋਲ ਸਟੈਟਿਕਲ ਹੈ, ਸਾਡੇ ਕੋਲ ਡਾਟਾ ਵੈ, ਸਾਡੇ ਕੋਲ ਬੱਚਿਆਂ ਦੇ ਪੇਪਰ ਨੇ, ਅਸੀਂ ਪੇਪਰਸ ਨੂੰ ਮਾਰਕਸ ਕੀਤਾ ਵੈ, ਉਸ ਤੋਂ ਬਾਅਦ ਪੇਪਰ ਇੱਕ ਰਜਿਸਟਰ 'ਤੇ ਸਾਰਾ ਰਿਜ਼ਲਟ ਮੇਨਟੇਨ ਕੀਤਾ ਸਬਜੈਕਟ ਵਾਈਜ਼, ਰੋਲ ਨੰਬਰ, ਨੇਮਸ, ਫਾਦਰਸ ਦੇ ਕੇ। ਉਸ ਤੋਂ ਬਾਅਦ ਅਸੀਂ ਰਿਜ਼ਲਟ ਨਿਕਾਲ ਕੇ ਦੱਸਦੇ ਕਿ ਇਸ ਬੱਚੇ ਨੇ ਕਿੰਨਾ ਰਿਜ਼ਲਟ ਦੇ ਵਿੱਚ ਕਿੰਨੇ ਮਾਰਕਸ ਓਬਟੇਨ ਕੀਤੇ ਨੇ। ਅਤੇ ਜੇਕਰ ਡਾਟਾ ਹੀ ਨਹੀਂ ਹੋਏਗਾ, ਸਟੈਟਿਕਸ ਨਹੀਂ ਹੋਏਗਾ ਤਾਂ ਅਸੀਂ ਰਿਜ਼ਲਟ ਨਹੀਂ ਨਿਕਾਲ ਪਾਵਾਂਗੇ। ਬੱਚਿਆਂ ਨੂੰ ਵੀ ਇੰਟਰਸਟ ਨਹੀਂ ਹੋਏਗਾ, ਬੱਚਿਆਂ ਨੂੰ ਵੀ ਨਾ ਸਾਡੀ ਫਸਟ ਪੋਜੀਸ਼ਨ ਆਵੇ, ਅਸੀਂ ਉਹਦੇ ਤੋਂ ਅੱਗੇ ਨਿਕਲੇ, ਕੰਪੀਟੀਸ਼ਨ ਆਉਂਦਾ ਵੈ। ਜੇਕਰ ਡਾਟਾ ਹੀ ਨਹੀਂ ਹੋਏਗਾ, ਬੱਚਿਆਂ ਵਿੱਚ ਕੰਪੀਟੀਸ਼ਨ ਨਹੀਂ ਆਏਗਾ, ਕਿਉਂਕਿ ਆਪਾਂ ਓਲ ਓਵਰ ਸਭ ਨੂੰ ਬਾਅਦ ਵਿੱਚ ਐਂ ਕਹਿ ਦਾਂਗੇ ਕਿ ਸਾਰੇ ਬੱਚੇ ਪਾਸ ਨੇ, ਜਿਹੜੇ ਫੇਲ ਹੈ ਫੇਲ ਨੇ, ਅਤੇ ਸਾਰੇ ਹੁਸ਼ਿਆਰ ਨੇ, ਕਿਉਂਕਿ 5-7 ਬੱਚੇ ਹੁੰਦੇ ਨੇ ਕਲਾਸ, ਸਾਰੇ ਇੰਟੈਲੀਜੈਂਟ ਹੁੰਦੇ ਨੇ, ਲੇਕਿਨ ਉਹਨਾਂ ਦੇ ਵਿੱਚ ਇੱਕ ਕੰਪੀਟੀਸ਼ਨ ਚੱਲ ਰਿਹਾ ਹੁੰਦਾ ਵੈ। ਜੇ ਡਾਟਾ ਨਹੀਂ ਹੋਏਗਾ ਤਾਂ ਉਹਨਾਂ ਨੂੰ ਵੀ ਮਜ਼ਾ ਨਹੀਂ ਆਏਗਾ ਪੜ੍ਹਾਈ ਕਰਨ ਦੇ ਵਿੱਚ। ਤਾਂ ਸਟੈਟਿਕਸ ਦੇ ਨਾਲ ਕੀ ਹੁੰਦਾ ਵੈ ਕਿ ਸਟੈਟਿਕਸ ਕੀ ਹੈ, ਜਿਹੜਾ ਵੀ ਸਾਡਾ ਡਾਟਾ ਉਹਨੂੰ ਡੈਫੀਨਿਟ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਦਾ ਵੈ, ਜਿਹਦੇ ਨਾਲ ਅਸੀਂ ਐਂਡ 'ਤੇ ਇੱਕ ਰਿਜ਼ਲਟ ਨਿਕਾਲ ਸਕਦੇ ਹਾਂ। ਹੁਣ ਤੁਹਾਡਾ ਰਿਜ਼ਲਟ ਅਸੀਂ ਐਂਡ 'ਤੇ ਨਿਕਾਲ ਕੇ ਦੱਸ ਸਕਦੇ ਨੇ ਕਿਹੜਾ ਬੱਚਾ ਫਸਟ ਹੈ, ਸੈਕਿੰਡ ਹੈ, ਕਿਹੜਾ ਬੱਚਾ ਥਰਡ ਹੈ, ਕਿਹਨੇ ਹਾਈਸਟ ਮਾਰਕਸ ਓਬਟੇਨ ਕੀਤੇ ਕਿਹੜੇ ਸਬਜੈਕਟ ਦੇ ਵਿੱਚ। ਕਲੀਅਰ ਹੋ ਗਿਆ ਹੋਏਗਾ ਹੁਣ ਤਾਂ। ਸੈਕਿੰਡ ਪੁਆਇੰਟ ਹੈ ਪ੍ਰੀਸ਼ੀਅਸ ਟੂ ਦਾ ਫੈਕਟ। ਡਾਟੇ ਦੇ ਨਾਲ ਕੀ ਹੁੰਦਾ ਵੈ ਕਿ ਅਸੀਂ ਇਹਨਾਂ ਨੂੰ ਕੀ ਹੈ ਕੰਪਲੈਕਸ ਟੂ ਈਜ਼ੀ ਬਣਾ ਸਕਦੇ ਹਾਂ। ਜੇਕਰ ਡਾਟਾ ਨਹੀਂ ਹੋਏਗਾ ਤਾਂ ਡਾਟਾ ਕੰਪਲੀਕੇਟਡ ਹੋਏਗਾ, ਸਾਨੂੰ ਸਮਝ ਨਹੀਂ ਆਏਗੀ। ਹੁਣ ਜਿਹਨੇ ਡਾਟਾ ਕਲੈਕਟ ਕੀਤਾ ਵੈ ਉਹ ਡਾਟਾ ਨੂੰ ਇਸ ਤਰ੍ਹਾਂ ਰਿਪਰੈਜ਼ੈਂਟ ਕਰੇਗਾ ਕਿ ਦੂਸਰੇ ਪਰਸਨ ਨੂੰ ਈਜ਼ਲੀ ਕੀ ਹੈ ਸਮਝ ਆ ਜੇ। ਹੁਣ ਜਿਵੇਂ ਕੀ ਹੈ ਡਿਮਾਂਡ ਵਾਲਾ ਚੈਪਟਰ ਆਪਾਂ ਕਰਕੇ ਹਟੇ ਹਾਂ, ਡਿਮਾਂਡ ਵਾਲੇ ਚੈਪਟਰ ਦੇ ਵਿੱਚ ਕੀ ਸੀ, ਆਪਾਂ ਡਾਇਗਰਾਮਸ ਬਣਾਈਆਂ ਸੀ, ਹੁਣ ਆਪਾਂ ਗ੍ਰਾਫ ਵੀ ਬਣਾਵਾਂਗੇ, ਠੀਕ ਹੈ। ਤਾਂ ਉਹਦੇ ਨਾਲ ਕੀ ਹੈ ਕਿ ਡਾਟਾ ਨੂੰ ਸਮਝਣਾ ਈਜ਼ੀ ਹੋ ਜਾਂਦਾ। ਜਦੋਂ ਸਾਡੇ ਕੋਲ ਡਾਟਾ ਹੋਏਗਾ ਤਾਂ ਹੀ ਡਾਇਗਰਾਮਸ ਬਣਨਗੀਆਂ, ਡਾਇਗਰਾਮ ਦੇ ਥਰੂ ਅਸੀਂ ਕਿਸੇ ਵੀ ਕਨਸੈਪਟ ਨੂੰ ਈਜ਼ਲੀ ਸਮਝ ਲੈਂਦੇ ਹਾਂ। ਜੇ ਡਾਇਗਰਾਮਸ ਨਹੀਂ ਹੋਣਗੀਆਂ ਤਾਂ ਅਸੀਂ ਡਾਟਾ ਨੂੰ ਸਮਝ ਨਹੀਂ ਪਾਵਾਂਗੇ, ਸਿਚੁਏਸ਼ਨ ਕਿਸ ਤਰ੍ਹਾਂ ਦੀ ਉਹਨੂੰ ਸਮਝ ਨਹੀਂ ਪਾਵਾਂਗੇ। ਅਤੇ ਡਾਇਗਰਾਮਸ ਤਾਂ ਹੀ ਬਣਨਗੇ ਜੇ ਸਾਡੇ ਕੋਲ ਡਾਟਾ ਹੋਏਗਾ, ਅਸੀਂ ਟੇਬਲ ਬਣਾਵਾਂਗੇ। ਬਿਨਾਂ ਸ਼ਡਿਊਲ ਬਿਨਾਂ ਟੇਬਲ ਤੋਂ ਤਾਂ ਅਸੀਂ ਡਾਇਗਰਾਮਸ ਨਹੀਂ ਨਾ ਬਣਾ ਸਕਦੇ। ਤਾਂ ਇਹਦਾ ਸਟੈਟਿਕਸ ਸਾਡੀ ਕੰਧ ਵਿੱਚ ਹੈਲਪ ਕਰਦਾ ਵੈ ਕਿ ਜੇਕਰ ਕੋਈ ਚੀਜ਼ ਸਾਨੂੰ ਨਹੀਂ ਸਮਝ ਆ ਰਹੀ, ਉਹ ਕੰਪਲੈਕਸ ਹੈ, ਤਾਂ ਉਹਨੂੰ ਈਜ਼ੀ ਬਣਾ ਦਿੰਦਾ ਵੈ। ਈਜ਼ੀ ਕਿਵੇਂ ਬਣੇਗਾ, ਆਪਾਂ ਉਹਦੇ ਡਾਇਗਰਾਮਸ ਬਣਾ ਸਕਦੇ ਹਾਂ, ਗ੍ਰਾਫ ਬਣਾ ਸਕਦੇ ਹਾਂ, ਜਿਹਦੇ ਤੋਂ ਅਸੀਂ ਈਜ਼ਲੀ ਕਿਸੇ ਚੀਜ਼ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ। ਹੁਣ ਤੁਹਾਡੇ ਕੋਲ ਐਕਸਪੋਜ਼ ਇੱਕ ਡਾਇਗਰਾਮ ਨਾਲ ਤੁਹਾਨੂੰ ਪੇਸ਼ ਕਰਦਾ, ਤੁਸੀਂ ਜਿਵੇਂ ਡਿਮਾਂਡ ਦੀ ਕਹਿ ਦਿਓ, ਤੁਸੀਂ ਡਾਇਗਰਾਮ ਨੂੰ ਦੇਖਦੇ ਹੀ ਦੱਸ ਦੋਗੇ ਕਿ ਪ੍ਰਾਈਸ ਇੰਕਰੀਜ਼ ਹੋ ਰਹੀ ਹੈ ਅਤੇ ਡਿਮਾਂਡ ਕੀ ਹੈ ਡਿਕਰੀਜ਼ ਹੋ ਰਹੀ ਹੈ। ਕਿਉਂ? ਕਿਉਂਕਿ ਤੁਹਾਨੂੰ ਨੌਲੇਜ ਹੋ ਗਈ, ਡਾਟੇ ਦੇ ਬੇਸਡ ਉਹ ਡਾਇਗਰਾਮ ਬਣੀ ਹੋਈ ਹੈ। ਪਰ ਉਹ ਡਾਇਗਰਾਮ ਤਾਂ ਹੀ ਬਣੀ ਸੀ ਕਿਉਂਕਿ ਡਾਟਾ ਵੈ, ਜੇ ਡਾਟਾ ਨਹੀਂ ਹੋਏਗਾ ਤਾਂ ਡਾਇਗਰਾਮ ਹੀ ਨਹੀਂ ਬਣੂਗੀ। ਫਿਰ ਤੁਹਾਨੂੰ ਕਿਸੇ ਚੀਜ਼ ਨੂੰ ਈਜ਼ਲੀ ਸਾਰਾ ਕਨਸੈਪਟ ਪੜ੍ਹਨਾ ਪਊਗਾ, ਸਮਝਣਾ ਪਊਗਾ। ਇਸ ਤਰ੍ਹਾਂ ਹੁੰਦਾ ਕਿ ਡਾਇਗਰਾਮ ਦੇ ਨਾਲ ਕੀ ਹੈ ਕਿ ਚੀਜ਼ਾਂ ਨੂੰ ਈਜ਼ਲੀ ਆਪਾਂ ਘੱਟ ਲਿਖਣ ਦੇ ਨਾਲ, ਘੱਟ ਰਾਈਟਿੰਗ ਦੇ ਨਾਲ, ਛੋਟੇ ਟੌਪਿਕ 'ਤੇ ਘੱਟ ਪੇਜਿਸ 'ਤੇ ਆਪਣੀ ਇੱਕ ਪ੍ਰੈਜੈਂਟੇਸ਼ਨ ਤਿਆਰ ਕਰ ਸਕਦੇ ਹਾਂ, ਜਿਹਦੇ ਨਾਲ ਅਸੀਂ ਆਪਣੀ ਗੱਲ ਨੂੰ ਆਸਾਨੀ ਨਾਲ ਦੂਸਰੇ ਪਰਸਨਸ ਨੂੰ ਕੀ ਹੈ ਸਮਝਾ ਸਕਦੇ ਹਾਂ। ਹੁਣ ਜਿਵੇਂ ਵੱਡੀ ਵੱਡੀ ਕੰਪਨੀਜ਼ ਦੇ ਵਿੱਚ ਇਹੀ ਹੁੰਦਾ ਨਾ, ਡਾਟਾ ਹੁੰਦਾ ਵੈ, ਤਾਂ ਉਹ ਆਪਣੀ ਕੰਪਨੀ ਨੂੰ ਜਾਂ ਉਹਨਾਂ ਦੇ ਜਿਹੜੇ ਪ੍ਰੋਜੈਕਟ ਹੁੰਦੇ ਉਹ ਡਾਇਗਰਾਮ ਦੇ ਥਰੂ ਆਸਾਨੀ ਦੇ ਨਾਲ ਸਮਝਾ ਦਿੰਦੇ ਨੇ। ਪਰ ਉਹ ਤਾਂ ਹੀ ਸਮਝਾਉਣਗੇ ਜੇਕਰ ਡਾਟਾ ਹੋਏਗਾ। ਤਾਂ ਡਾਟੇ ਨਾਲ ਕੀ ਹੁੰਦਾ ਵੈ ਕਿ ਆਪਾਂ ਕਿਸੇ ਚੀਜ਼ ਨੂੰ ਕੰਪਲੈਕਸ ਤੋਂ ਈਜ਼ੀ ਬਣਾ ਸਕਦੇ ਹਾਂ, ਸਿੰਪਲ ਬਣਾ ਸਕਦੇ ਹਾਂ। ਜਿਵੇਂ ਕਿ ਆਹ ਲਾਈਨ ਤੁਹਾਡੀ ਮੇਨ ਹੈ ਕਿ ਕੰਪਲੈਕਸ ਡਾਟਾ ਕੰਪਲੈਕਸ ਡਾਟਾ ਟੂ ਸਿੰਪਲ ਟੂ ਮੇਕ ਦੈਮ ਅੰਡਰਸਟੈਂਡੇਬਲ। ਅਤੇ ਕੰਪਲੈਕਸ ਡਾਟਾ ਨੂੰ ਸਿੰਪਲ ਬਣਾ ਦਿੰਦਾ, ਜਿਸ ਨਾਲ ਉਹਨੂੰ ਸਮਝਣਾ ਕੀ ਹੋ ਜਾਂਦਾ, ਈਜ਼ੀ ਹੋ ਜਾਂਦਾ। ਕਲੀਅਰ? ਹਾਂਜੀ। ਥਰਡ ਪੁਆਇੰਟ ਹੈ ਕੰਪੈਰੀਜ਼ਨ
ਜੇ ਡਾਟਾ ਹੋਏਗਾ ਤਾਂ ਹੀ ਅਸੀਂ ਦੋ ਪਰਸਨਸ ਨੂੰ ਕੰਪੇਅਰ ਕਰ ਸਕਦੇ ਹਾਂ, ਉਹਨਾਂ ਦੇ ਰਿਲੇਸ਼ਨ ਦੱਸ ਸਕਦੇ ਹਾਂ। ਕੰਪੈਰੀਜ਼ਨ ਮਤਲਬ ਅਸੀਂ ਜੇ ਡਾਟਾ ਵੈ, ਜੇ ਡਾਟਾ ਨਹੀਂ ਹੋਏਗਾ ਤਾਂ ਆਪਾਂ ਨੂੰ ਨਹੀਂ ਪਤਾ ਲੱਗਣਾ ਕਿ ਸਾਡੀ ਹਾਈਟ ਕਿੰਨੀ ਹੈ। ਹੁਣ ਸਾਡੀ ਹਾਈਟ ਹੈ, ਮੈਂ ਦੱਸ ਸਕਦੀ ਕਿ ਮੈਂ 5 ਫੁੱਟ 3 ਇੰਚ ਮੇਰੀ ਹਾਈਟ ਹੈ, ਜਾਂ 3 ਇੰਚ ਹੈ, ਜਾਂ ਕਿਸੇ ਦੀ ਹਾਈਟ 6 ਫੁੱਟ ਹੈ, ਕਿਸੇ ਦੀ ਹਾਈਟ 4 ਫੁੱਟ ਹੈ। ਇਹ ਡਾਟਾ ਹੀ ਨਹੀਂ ਇੱਕ ਤਰ੍ਹਾਂ ਦਾ। ਜੇ ਤੇ ਦੂਸਰੇ ਪਰਸਨ ਦੀ ਹਾਈਟ ਕਿੰਨੀ ਹੈ, ਆਪਾਂ ਦੋ ਫਰੈਂਡਸ ਹੈ, ਆਪਸ 'ਚ ਆਪਣੀ ਹਾਈਟ ਨੂੰ ਮੈਜ਼ਰ ਕਰਕੇ ਅਸੀਂ ਕੰਪੇਅਰ ਕਰ ਸਕਦੇ ਹਾਂ ਕਿ ਕਿਹਦੀ ਹਾਈਟ ਜ਼ਿਆਦਾ ਵੈ, ਕਿੰਨੀ ਜ਼ਿਆਦਾ ਵੈ, ਠੀਕ ਹੈ। ਲੇਕਿਨ ਜੇਕਰ ਡਾਟਾ ਨਹੀਂ ਹੋਏਗਾ ਤਾਂ ਆਪਾਂ ਇਹ ਤਾਂ ਦੱਸ ਦਾਂਗੇ ਦੇਖ ਕੇ ਵੀ ਤੇ ਤੂੰ ਇਹਦੇ ਨਾਲ ਲੰਬਾ ਵੈ, ਲੇਕਿਨ ਇਹ ਨਹੀਂ ਦੱਸ ਸਕਦੇ ਕਿ ਕੌਣ ਕਿਸੇ ਨਾਲੋਂ ਕਿੰਨਾ ਜ਼ਿਆਦਾ ਲੰਬਾ ਵੈ। ਤਾਂ ਸਟੈਟਿਕਸ ਨਾਲ ਕੀ ਹੋਏਗਾ ਕਿ ਅਸੀਂ ਡਾਟਾ ਨੂੰ ਆਪਸ ਦੇ ਵਿੱਚ ਕੀ ਹੈ ਕੰਪੇਅਰ ਕਰ ਸਕਦੇ ਹਾਂ, ਠੀਕ ਹੈ। ਉਸ ਤੋਂ ਬਾਅਦ 4th ਪੁਆਇੰਟ ਆ ਗਿਆ ਫਾਰਮੂਲੇਸ਼ਨ ਐਂਡ ਟੈਸਟਿੰਗ ਆਫ ਹਾਈਪੋਥੀਸਿਸ। ਸਟੈਟਿਕਸ ਦੇ ਨਾਲ ਕੀ ਹੈ ਕਿ ਅਸੀਂ ਡਾਟਾ ਨੂੰ ਫਾਰਮੂਲੇਟ ਮਤਲਬ ਕੀ ਹੈ ਲਾਗੂ ਕਰ ਸਕਦੇ ਹਾਂ, ਉਹਨੂੰ ਟੈਸਟ ਕਰ ਸਕਦੇ ਹਾਂ ਅਤੇ ਨਿਊ ਥਿਊਰੀਜ਼ ਬਣਾ ਸਕਦੇ ਹਾਂ। ਅਸੀਂ ਦੱਸ ਸਕਦੇ ਹਾਂ ਕਿ ਪ੍ਰਾਈਸ ਦੀ ਇੰਕਰੀਜ਼ ਹੋਣ 'ਤੇ ਡਿਮਾਂਡ ਕੀ ਹੈ ਡਿਕਰੀਜ਼ ਹੋ ਰਹੀ ਹੈ। ਜੇਕਰ ਅਸੀਂ ਇੰਪੋਜ਼ਿੰਗ ਟੈਕਸਟ ਔਨ ਐਕਸਪੋਰਟ ਔਨ ਟੀ ਔਨ ਦਾ ਕੰਜ਼ੰਪਸ਼ਨ ਆਫ ਟੀ ਇਨ ਅਦਰ ਕੰਟਰੀਜ਼, ਕਿ ਜੇਕਰ ਅਸੀਂ ਆਪਣੀ ਟੀਜ਼ 'ਤੇ ਹੈ ਆਪਣੀ ਟੀ ਨੂੰ ਦੂਸਰੀ ਕੰਟਰੀਜ਼ ਦੇ ਵਿੱਚ ਐਕਸਪੋਰਟ ਕਰਨਾ, ਉਹਨੂੰ ਵਧਾਉਣਾ ਵੈ, ਤਾਂ ਅਸੀਂ ਕੀ ਹੈ ਟੈਕਸ ਨੂੰ ਇੰਪੋਜ਼ ਕਰ ਦਾਂਗੇ, ਟੈਕਸ ਨੂੰ ਘਟਾ ਦਾਂਗੇ ਤਾਂ ਸਾਡੀ ਪ੍ਰਾਈਸ ਘਟ ਜਾਏਗੀ, ਤਾਂ ਦੂਸਰੀ ਕੰਟਰੀ ਸਾਡੀ ਟੀ ਦੀ ਡਿਮਾਂਡ ਕੀ ਹੈ ਵੱਧ ਜਾਏਗੀ। ਜਾਂ ਕਿਸੇ ਚੀਜ਼ ਦੀ ਪ੍ਰੋਡਕਸ਼ਨ ਨੂੰ ਜਿਵੇਂ ਇੰਪੋਰਟ ਨੂੰ ਘਟਾਉਣਾ ਵੈ ਤਾਂ ਅਸੀਂ ਉਹਨਾਂ 'ਤੇ ਕੀ ਹੈ ਟੈਕਸ ਜ਼ਿਆਦਾ ਲਗਾ ਦਾਂਗੇ, ਟੈਕਸ ਜ਼ਿਆਦਾ ਲਗਾਉਣਾ ਇੰਪੋਰਟ ਆਪਣੇ ਲਈ ਮਹਿੰਗੇ ਹੋ ਜਾਣਗੇ ਤਾਂ ਅਸੀਂ ਉਹਨਾਂ ਚੀਜ਼ਾਂ ਦੀ ਡਿਮਾਂਡ ਕੀ ਹੈ ਘੱਟ ਕਰ ਦਾਂਗੇ। ਜਾਂ ਅਸੀਂ ਪ੍ਰਾਈਸ 'ਤੇ ਡਿਮਾਂਡ ਦੀ ਥਿਊਰੀ ਬਣਾ ਸਕਦੇ ਹਾਂ, ਉਹਨੂੰ ਫਾਰਮੂਲੇਟ ਕਰ ਸਕਦੇ ਹਾਂ, ਉਹਨੂੰ ਟੈਸਟ ਕਰਕੇ ਦੇਖਾਂਗੇ ਕਿ ਪ੍ਰਾਈਸ ਦੇ ਵਧਣ 'ਤੇ ਵਾਕਈ ਡਿਮਾਂਡ ਘੱਟ ਰਹੀ ਹੈ। ਪ੍ਰਾਈਸ ਤੇ ਸਪਲਾਈ ਦੀ ਥਿਊਰੀ ਬਣ ਜਾਏਗੀ ਕਿ ਪ੍ਰਾਈਸ ਦੇ ਵਧਣ 'ਤੇ ਸਪਲਾਈ ਵੱਧ ਰਹੀ ਹੈ, ਪ੍ਰਾਈਸ ਦੇ ਘਟਣ 'ਤੇ ਸਪਲਾਈ ਘੱਟ ਰਹੀ ਹੈ। ਇਹਨੂੰ ਫਾਰਮੂਲੇਟ ਕਰਕੇ ਦੇਖਾਂਗੇ, ਇਹਨੂੰ ਟੈਸਟਿੰਗ ਕਰਕੇ ਦੇਖਾਂਗੇ। ਇਸ ਤਰ੍ਹਾਂ ਕੀ ਹੈ ਕਿ ਅਸੀਂ ਸਟੈਟਿਕਸ ਦੀ ਹੈਲਪ ਦੇ ਨਾਲ ਕੀ ਨਵੇਂ ਥਿਊਰੀਜ਼ ਬਣਾ ਸਕਦੇ ਹਾਂ, ਨਵੇਂ ਇਨਵੈਂਸ਼ਨਸ ਕਰ ਸਕਦੇ ਹਾਂ। ਹਾਂਜੀ, ਅਗਲਾ ਪੁਆਇੰਟ ਆਪਣਾ ਫੋਰਕਾਸਟਿੰਗ ਮਤਲਬ ਭਵਿੱਖਬਾਣੀ ਕਰਨੀ। ਸਟੈਟਿਕਸ ਨਾਲ ਕੀ ਅਸੀਂ ਭਵਿੱਖਬਾਣੀ ਕਰ ਸਕਦੇ ਹਾਂ। ਸਟੈਟਿਕ ਇਜ਼ ਨਾਟ ਕੰਸਰਨਡ ਵਿਦ ਦ ਅਬਵ ਫੰਕਸ਼ਨ। ਸਟੈਟਿਕਸ ਦੇ ਕਿਸ ਵਿੱਚ ਕੀ ਹੈ ਕਿ ਸਿਰਫ ਜਿਹੜੇ ਆਪਾਂ ਅਬਵ ਫੰਕਸ਼ਨ ਜਿਹੜੇ ਹੁਣ ਤੱਕ ਸਟੱਡੀ ਕੀਤੇ ਆ ਸਿਰਫ ਉਹਦੇ ਨਾਲ ਹੀ ਕੰਸਰਨ ਨਹੀਂ ਹੈਗਾ। ਇਹ ਕੀ ਹੈ ਪ੍ਰੈਡਿਕਸ਼ਨ ਕਰਨ ਦੇ ਵਿੱਚ ਵੀ ਆਪਣੀ ਹੈਲਪ ਕਰਦਾ, ਭਵਿੱਖਬਾਣੀ ਕਰਨ ਦੇ ਵਿੱਚ। ਜਿਵੇਂ ਕਿ ਜਿਹੜੇ ਹੈਗੇ ਨੇ ਵੱਡੇ ਇੰਡਸਟਰੀਜ਼ ਕੰਪਨੀਜ਼ ਨੇ ਉਹ ਕੀ ਨੇ ਸਟੈਟਿਕਸ ਦੇ ਨੂੰ ਸਟੱਡੀ ਕਰਕੇ ਪਿਛਲੇ ਜਿਹੜੇ ਹੈਗੇ ਡਾਟਾ ਉਹਨੂੰ ਸਟੱਡੀ ਕਰਕੇ ਭਵਿੱਖਬਾਣੀ ਕਰ ਸਕਦੇ ਕਿ ਅਸੀਂ ਕਿੱਥੇ ਕਿੰਨਾ ਪੈਸਾ ਇਨਵੈਸਟ ਕਰਨਾ ਹੈ, ਕਿੰਦੇ ਵਿੱਚ ਪ੍ਰੋਫਿਟ ਹੈ, ਕਿੰਦੇ ਵਿੱਚ ਕਿੰਨਾ ਲੋਸ ਹੈ। ਸਪੋਜ਼ ਐਗਜ਼ਾਮਪਲ ਦਿੰਦੀ ਹੈ, ਸਪੋਜ਼ ਕਿਸੇ ਨੇ ਨਵਾਂ ਬਿਜ਼ਨਸ ਇਸਟੈਬਲਿਸ਼ ਕਰਨਾ ਵੈ, ਉਹ ਪਹਿਲਾਂ ਮਾਰਕੀਟ ਦੀ ਸਰਚ ਕਰੇਗਾ ਨਾ, ਮਾਰਕੀਟ ਦੀ ਸਰਚ ਕਿੱਥੋਂ ਕਰੇਗਾ, ਜਾਂ ਉਹ ਪਹਿਲਾਂ ਜਿਹੜੇ ਈਅਰਸ ਨੇ ਪ੍ਰੀਵੀਅਸ ਈਅਰ ਤੋਂ ਡਾਟਾ ਕਲੈਕਟ ਕਰੇਗਾ ਕਿ ਕਿੱਥੇ ਕਿਹੜਾ ਪੈਸਾ ਕਿੰਨਾ ਪੈਸਾ ਇਨਵੈਸਟ ਕਰਨਾ ਵੈ, ਜਾਂ ਕਿਹਨੇ ਉੱਥੇ ਪੈਸਾ ਇਨਵੈਸਟ ਕੀਤਾ ਸੀਗਾ, ਜਾਂ ਉਹਨੇ ਕਿਹੜੀ ਪੋਲਿਸੀ ਅਡੋਪਟ ਕੀਤੀ ਸੀ, ਉਹਨੂੰ ਇੰਨਾ ਪ੍ਰੋਫਿਟ ਹੋਇਆ ਸੀ। ਜੇ ਮੈਂ ਆਪਣਾ ਪ੍ਰੋਫਿਟ ਨੂੰ ਵਧਾਉਣਾ ਵੈ ਤਾਂ ਮੈਂ ਕਿਵੇਂ ਵਧਾ ਸਕਦਾ ਮੈਂ। ਐਵੇਂ ਕੀ ਹੈ ਕਿ ਅਸੀਂ ਕੀ ਹੈ ਆਪਣੇ ਨਵੀਆਂ ਸਟੈਟਿਕਸ ਤੋਂ ਡਾਟਾ ਪੁਰਾਣੇ ਡਾਟੇ ਨੂੰ ਇਕੱਠਾ ਕਰਕੇ ਆਪਣੇ ਨਵੀਆਂ ਕੀ ਹੈ ਪੋਲਿਸੀਜ਼ ਬਣਾ ਸਕਦੇ ਹਾਂ। ਅਤੇ ਅਸੀਂ ਇਹ ਵੀ ਐਸਟੀਮੇਟ ਲਗਾ ਸਕਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਪ੍ਰੋਫਿਟ ਹੋਏਗਾ ਜਾਂ ਲੋਸ ਹੋਏਗਾ। ਆਪ ਨੂੰ ਪਹਿਲਾਂ ਤੋਂ ਕਿਵੇਂ ਐਸਟੀਮੇਟ ਹੋ ਜਾਂਦਾ ਹੈ ਨਾ ਕਿ ਸਾਨੂੰ ਪ੍ਰੋਫਿਟ ਹੋਏਗਾ ਜਾਂ ਲੋਸ ਹੋਏਗਾ, ਕਿ ਸਟੈਟਿਕਸ ਦੀ ਹੈਲਪ ਦੇ ਨਾਲ ਅਸੀਂ ਪ੍ਰੈਡਿਕਸ਼ਨ ਕਰ ਸਕਦੇ ਹਾਂ। ਠੀਕ ਹੈ, we can predict the demand for goods in 2005 if we know the population in 2004 on the basis of growth rate of population in past। ਜੇਕਰ ਸਾਨੂੰ ਪਾਪੂਲੇਸ਼ਨ ਗਰੋਥ ਪਤਾ ਹੋਏਗੀ, ਇਹ ਤੁਹਾਨੂੰ ਤਾਂ ਹੀ ਪਤਾ ਲੱਗੇਗਾ ਨਾ ਜੇਕਰ ਸਾਡੇ ਕੋਲ ਪੁਰਾਣਾ ਡਾਟਾ ਹੋਏਗਾ ਤਾਂ ਸਾਨੂੰ ਪਤਾ ਲੱਗ ਜਾਏ ਕਿ ਸਾਡੇ ਦੇਸ਼ 'ਚ ਇੰਨੀ ਪਾਪੂਲੇਸ਼ਨ ਹੈ ਅਤੇ ਉਹ ਸਾਡੇ ਪ੍ਰੋਡਕਟ ਦੀ ਕਿੰਨੀ ਡਿਮਾਂਡ ਕਰਨਗੇ, ਉਹਦੇ ਅਕੋਰਡਿੰਗ ਫਿਰ ਅਸੀਂ ਆਪਣੀ ਪ੍ਰੋਡਕਸ਼ਨ ਕਰਾਂਗੇ ਇਨ ਫਿਊਚਰ ਵਾਸਤੇ। ਕਲੀਅਰ। 6th ਪੁਆਇੰਟ ਪੋਲਿਸੀ ਮੇਕਿੰਗ। ਅਸੀਂ ਕੀ ਹੈ ਸਟੈਟਿਕਸ ਦੀ ਹੈਲਪ ਦੇ ਨਾਲ ਕੀ ਹੈ ਗੌਰਮੈਂਟ ਕੀ ਹੈ ਪੋਲਿਸੀਜ਼ ਬਣਾਉਂਦੀ ਹੈ। ਗੌਰਮੈਂਟ ਪੁਰਾਣਾ ਡਾਟਾ ਕੀ ਹੈ ਸਟੱਡੀ ਕਰਦੀ ਹੈ, ਪੁਰਾਣੇ ਡਾਟੇ ਨੂੰ ਸਟੱਡੀ ਕਰਨ ਦੇ ਬੇਸ 'ਤੇ ਫਿਰ ਉਹ ਆਪਣੀਆਂ ਕੀ ਹੈ ਨਵੀਆਂ ਕੀ ਹੈ ਪੋਲਿਸੀਜ਼ ਬਣਾਉਂਦੀ ਹੈ। ਜਿਵੇਂ 5 ਈਅਰ ਪੋਲਿਸੀਜ਼ ਬਣੀਆਂ, ਗੌਰਮੈਂਟ ਨੇ ਉਹਨਾਂ ਤੋਂ ਦੇਖਿਆ ਕਿ ਅਸੀਂ ਕੀ ਅਚੀਵਮੈਂਟ ਕੀਤੀਆਂ, ਅਸੀਂ ਕੀ ਚੀਜ਼ ਅਸੀਂ ਫੇਲਰਸ ਹੋਏ, ਉਹਨਾਂ ਫੇਲਰਸ ਤੋਂ ਉਹਨਾਂ ਨੇ ਸਬਕ ਲੈਂਦੇ ਹੋਏ ਆਪਣੇ ਉਹਨਾਂ ਨੇ ਕੀ ਹੈ ਨਵੀਆਂ ਕੀ ਹੈ ਪੋਲਿਸੀਜ਼ ਬਣਾਈਆਂ ਸੀ। ਜਿਵੇਂ ਕਿ ਇਹਨਾਂ ਨੇ ਲਿਖਿਆ ਹੋਇਆ ਵੈ ਕਿ it depend on the food production 2007 and the demand for food in 2007 without knowing these factors we cannot estimate the amount of import। ਹੁਣ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਕਿੰਨੀ ਪ੍ਰੋਡਕਸ਼ਨ ਹੈ ਅਤੇ ਸਾਡੀ ਪਾਪੂਲੇਸ਼ਨ ਕਿੰਨੀ ਹੈ, ਕਿ ਉਸ ਪਾਪੂਲੇਸ਼ਨ ਦੇ ਅਕੋਰਡਿੰਗ ਉਨੀ ਪ੍ਰੋਡਕਸ਼ਨ ਹੋਈ ਹੈ ਜਾਂ ਨਹੀਂ। ਜੇ ਸਾਨੂੰ ਲੱਗਦਾ ਕਿ ਸਾਡੀ ਪ੍ਰੋਡਕਸ਼ਨ ਇਸ ਸਾਲ ਘੱਟ ਹੋਈ ਹੈ ਤਾਂ ਅਸੀਂ ਪੋਲਿਸੀਜ਼ ਇਸ ਹਿਸਾਬ ਨਾਲ ਬਣਾਵਾਂਗੇ ਕਿ ਅਸੀਂ ਵਿਦੇਸ਼ਾਂ ਜਿਹੜਾ ਇੰਪੋਰਟ ਕਰਦੇ ਹਾਂ ਉਹ ਐਗਰੀਕਲਚਰ ਮਤਲਬ ਕਿ ਅਨਾਜ ਦੀ ਜਿਹੜੀ ਵੀ ਚੀਜ਼ ਦੀ ਪ੍ਰੋਡਕਸ਼ਨ ਘੱਟ ਹੋਈ ਹੈ ਉਹਦੀ ਕੀ ਹੈ ਜ਼ਿਆਦਾ ਇੰਪੋਰਟ ਕਰਾਂਗੇ। ਤਾਂ ਜੇਕਰ ਸਾਨੂੰ ਲੱਗਦਾ ਕਿ ਇਸ ਸਾਲ ਸਾਡੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧੀਆ ਹੋਈ ਹੈ, ਜਿੰਨੀ ਸਾਨੂੰ ਜ਼ਰੂਰਤ ਹੈ ਉਸ ਤੋਂ ਜ਼ਿਆਦਾ ਸਾਡੀ ਪ੍ਰੋਡਕਸ਼ਨ ਹੋਈ ਹੈ, ਤਾਂ ਗੌਰਮੈਂਟ ਦੇ ਪੋਲਿਸੀਜ਼ ਦੇ ਵਿੱਚ ਕੀ ਹੈ ਇੰਪੋਰਟ ਕੀ ਹੈ ਜ਼ਿਆਦਾ ਹੋ ਜਾਣਗੇ। ਕਲੀਅਰ। ਇਟ ਇਨਲਾਰਜ ਨੌਲੇਜ। ਕਹਿੰਦੇ ਨਾਲ ਕੀ ਹੋਏਗਾ ਕਿ ਸਾਡੀ ਨੌਲੇਜ ਦੇ ਵਿੱਚ ਕੀ ਹੈ ਬਹੁਤ ਜ਼ਿਆਦਾ ਕੀ ਹੈ ਵਾਧਾ ਹੁੰਦਾ ਵੈ। ਜੇਕਰ ਤੁਹਾਨੂੰ ਹੁਣ ਮੈਂ ਕੋਈ ਵੀ ਸਟੱਡੀ ਕਰਨ ਲਈ ਕਹਦਾ ਕਿ ਪੁਰਾਣੇ ਅੰਕੜੇ ਇਕੱਠੇ ਕਰਕੇ ਲੈ ਕੇ ਆਓ, ਤੁਸੀਂ ਕੰਪੇਅਰ ਕਰੋ ਕਿ ਇਸ ਸਾਲ ਪਾਵਰਟੀ ਇੰਕਰੀਜ਼ ਹੋਈ ਹੈ ਜਾਂ ਡਿਕਰੀਜ਼ ਹੋਈ ਹੈ, ਪਾਪੂਲੇਸ਼ਨ ਵਧੀ ਹੈ ਜਾਂ ਘਟੀ ਹੈ, GDP ਕਿੰਨੀ ਹੈ, ਨੈਸ਼ਨਲ ਇਨਕਮ ਕਿੰਨੀ ਹੈ, ਉਹ ਤੁਹਾਨੂੰ ਕੀ ਹੈ ਜੇ ਡਾਟਾ ਵੈ
ਸਾਡੇ ਕੋਲ ਸਟੈਟਿਕਸ ਹੈ ਤਾਂ ਹੀ ਹੈ ਨਾ, ਜੇ ਸਟੈਟਿਕਸ ਨਹੀਂ ਹੁੰਦਾ, ਡਾਟਾ ਹੀ ਨਹੀਂ ਹੋਊਗਾ, ਤਾਂ ਆਪਾਂ ਇਸ ਤਰ੍ਹਾਂ ਦੀ ਕੋਈ ਵੀ ਨੌਲੇਜ ਨੂੰ ਕੀ ਹੈ ਇਕੱਠੀ ਕਲੈਕਟ ਕਰ ਹੀ ਨਹੀਂ ਸਕਦੇ ਸੀ, ਅਤੇ ਸਾਡੀ ਨੌਲੇਜ ਦੇ ਵਿੱਚ ਵੀ ਇੰਕਰੀਜ਼ ਨਹੀਂ ਹੋਣਾ ਸੀ। ਹੁਣ ਸਾਨੂੰ ਪਤਾ ਕਿ ਪਹਿਲਾਂ ਗਰੀਬੀ ਜ਼ਿਆਦਾ ਸੀਗੀ, ਹੁਣ ਗਰੀਬੀ ਦਿਨੋਂ ਦਿਨ ਕੀ ਹੈ ਘਟ ਰਹੀ ਹੈ। ਪਹਿਲਾਂ ਕੀ ਸੀ, ਜਾਤ ਪਾਤ ਦਾ ਫਰਕ ਜ਼ਿਆਦਾ ਪਾਇਆ ਜਾਂਦਾ ਸੀਗਾ, ਕਿੰਨਾ ਪਾਇਆ ਜਾਂਦਾ ਸੀ, ਕਿਉਂ ਪਾਇਆ ਜਾਂਦਾ ਸੀਗਾ, ਅਤੇ ਇਸ ਨਾਲ ਰਿਲੇਟਡ ਸਾਡੀ ਕੀ ਹੈ ਨੌਲੇਜ ਵੀ ਕੀ ਹੈ ਕਾਫੀ ਇੰਕਰੀਜ਼ ਹੁੰਦੀ ਹੈ। ਹਾਂਜੀ, ਅਗਲਾ ਪੁਆਇੰਟ ਹੈ 2 ਮੈਜ਼ਰ ਅਨਸਰਟਨਟੀ। ਸਟੈਟਿਕਸ ਦੇ ਨਾਲ ਕੀ ਹੈ, ਅਸੀਂ ਅਨਸਰਟਨਟੀ ਫਿਊਚਰ ਦੇ ਵਿੱਚ ਆਉਣ ਵਾਲੀ ਅਨਸਰਟਨਟੀ ਨੂੰ ਪਹਿਲਾਂ ਹੀ ਮੈਜ਼ਰ ਕਰ ਲੈਂਦੇ ਹਾਂ। ਆਪਾਂ ਨੂੰ ਪਤਾ ਲੱਗ ਜਾਂਦਾ ਜਿਹੜੇ ਸ਼ੇਅਰ ਮਾਰਕੀਟ 'ਚ ਪੈਸਾ ਲਗਾਉਣਾ ਵਾ, ਕਿ ਸ਼ੇਅਰ ਮਾਰਕੀਟ 'ਚ ਪੈਸਾ ਲਗਾਉਣ ਦੇ ਨਾਲ ਹੁਣ ਸ਼ੇਅਰ ਮਾਰਕੀਟ ਅਪ ਜਾ ਰਹੀ ਹੈ, ਡਾਊਨ ਜਾ ਰਹੀ ਹੈ, ਜਾਂ ਆਉਣ ਵਾਲੇ ਟਾਈਮ 'ਚ ਆਪਾਂ ਥੋੜ੍ਹਾ ਬਹੁਤ ਐਸਟੀਮੇਟ ਲਗਾ ਲੈਂਦੇ ਹਾਂ। ਉਹ ਸਾਡੇ ਕੋਲ ਸਟੈਟਿਕਸ ਹੈ, ਡਾਟਾ ਹੈ, ਤਾਂ ਹੀ ਕਰਕੇ ਅਸੀਂ ਅਨਸਰਟਨਟੀ ਨੂੰ ਕੀ ਹੈ ਥੋੜ੍ਹਾ ਬਹੁਤ ਪਹਿਲਾਂ ਤੋਂ ਹੀ ਮੈਜ਼ਰ ਕਰ ਲੈਂਦੇ ਹਾਂ, ਜਿਹਦੇ ਨਾਲ ਕੀ ਹੈ ਅਸੀਂ ਆਪਣੇ ਨੁਕਸਾਨ ਨੂੰ ਥੋੜ੍ਹਾ ਬਹੁਤ ਕੀ ਹੈ ਬਚਾ ਸਕਦੇ ਹਾਂ। We have to make a forecast. We have also create trend behavior of the past, for which we use techniques like regression, interpolation and time series analysis. ठीक है, ਇਹਦਾ ਕੀ ਹੈ, ਇਹਦਾ ਕਿ ਆਪਾਂ ਨਵੇਂ ਫਿਰ ਟੈਕਨੀਕ ਯੂਜ਼ ਕਰ ਸਕਦੇ ਹਾਂ, ਲਾਈਕ ਰੈਗਰੈਸ਼ਨ ਆਪਾਂ ਕਰਾਂਗੇ ਨਾ, ਕੋਰਿਲੇਸ਼ਨ ਰੈਗਰੈਸ਼ਨ ਹੋ ਗਿਆ, ਇੰਟਰਪੋਲੇਸ਼ਨ ਐਂਡ ਟਾਈਮ ਸੀਰੀਜ਼ ਮਤਲਬ ਮੀਨ ਮੀਡੀਅਨ ਮੋਡ, ਇਹ ਮੈਥਡ ਨੇ। ਉਹਦੇ ਨਾਲ ਕੀ ਹੈ ਅਸੀਂ ਅਨਸਰਟਨਟੀ ਨੂੰ ਕੀ ਹੈ ਮੈਜ਼ਰ ਕਰ ਸਕਦੇ ਹਾਂ। ਜੇ ਸਟੈਟ ਹੋਏਗਾ ਤਾਂ ਹੀ ਅਸੀਂ ਮੀਨ ਮੀਡੀਅਨ ਮੋਡ ਕੋਰਿਲੇਸ਼ਨ ਰੈਗਰੈਸ਼ਨ, ਜਿਹੜਾ ਸਟੈਟਿਕਸ ਦੇ ਟੌਪਿਕ ਹੁੰਦੇ ਤੁਸੀਂ ਸੁਣੇ ਹੋਣਗੇ, ਮੀਨ ਮੀਡੀਅਨ ਮੋਡ, ਇੰਡੈਕਸ ਨੰਬਰ, ਕੋਰਿਲੇਸ਼ਨ ਰੈਗਰੈਸ਼ਨ, ਇਹ ਉਹਨਾਂ ਦੀ ਗੱਲ ਕਰ ਰਹੇ ਨੇ। ਤਾਂ ਅਸੀਂ ਇਹਨਾਂ ਟੈਕਨੀਕਸ ਨੂੰ ਕੀ ਹੈ ਯੂਜ਼ ਕਰ ਸਕਦੇ ਹਾਂ ਅਤੇ ਅਨਸਰਟਨਟੀ ਨੂੰ ਕੀ ਹੈ ਮੈਜ਼ਰ ਕਰ ਸਕਦੇ ਹਾਂ। ਠੀਕ ਹੈ, ਇਹ ਸੀ ਤੁਹਾਡੇ 8 ਪੁਆਇੰਟਸ ਫੰਕਸ਼ਨ ਆਫ ਸਟੈਟਿਕਸ ਦੇ। ਆਈ ਹੋਪ ਤੁਹਾਨੂੰ ਸਮਝ ਆ ਗਈ ਹੋਏਗੀ, ਈਜ਼ੀ ਹੈ। ਬਾਕੀ ਜੇ ਤੁਹਾਨੂੰ ਨਾ ਵੀ ਆਈ ਤਾਂ ਆਪਾਂ ਫੰਕਸ਼ਨ ਦੁਬਾਰਾ ਡਿਸਕਸ ਕਰ ਲਾਂਗੇ ਕਲਾਸ ਦੇ ਵਿੱਚ, ਜੇ ਨਾ ਸਮਝ ਆਈ ਹੋਈ। ਅਦਰਵਾਈਜ਼ ਤੁਹਾਨੂੰ ਸਮਝ ਆ ਗਈ ਹੋਏਗੀ। ਅਨਸਰਟਨਟੀ ਮਤਲਬ ਅਨਿਸ਼ਚਿਤਤਾ ਨੂੰ ਆਪਾਂ ਕੀ ਹੈ ਸਟੈਟਿਕਸ ਹੋਏਗਾ ਤਾਂ ਹੀ ਅਸੀਂ ਸਾਰਾ ਕੁਝ ਮੈਜ਼ਰ ਕਰ ਸਕਦੇ ਹਾਂ। ਸਟੈਟਿਕਸ ਦੇ ਨਾਲ ਕੀ ਅਸੀਂ ਨਵੇਂ ਕੀਸ ਨੇ ਕਿ ਟੈਕਨੀਕਸ ਬਣਾ ਸਕਦੇ ਹਾਂ। ਇਹ ਟੈਕਨੀਕਸ ਤਾਂ ਹੀ ਬਣੀਆਂ ਸੀ ਜਦੋਂ ਸਟੈਟਿਕ ਬਣਿਆ, ਡਾਟਾ ਸਾਡੇ ਕੋਲ ਆਇਆ, ਫਿਰ ਮੀਨ ਮੀਡੀਅਨ ਮੋਡ ਕੋਰਿਲੇਸ਼ਨ ਰੈਗਰੈਸ਼ਨ ਇੰਡੈਕਸ ਨੰਬਰ, ਇਸ ਤਰ੍ਹਾਂ ਦਾ ਜੋ ਵੀ ਸਟੈਟਿਕਸ ਦੇ ਵਿੱਚ ਹੁੰਦਾ ਵੈ। ਠੀਕ ਹੈ, ਮੈਥ ਦੇ ਜਿਹੜਾ ਟੌਪਿਕਸ ਤੁਹਾਡੇ ਆਉਂਦੇ ਨੇ ਉਹ ਸਾਰੇ ਬਣੇ। ਇਹਦੇ ਨਾਲ ਕੀ ਹੁੰਦਾ ਕਿ ਅਨਸਰਟਨਟੀ ਨੂੰ ਅਸੀਂ ਕੀ ਹੈ ਮੈਜ਼ਰ ਕਰ ਸਕਦੇ ਹਾਂ। ਸਾਨੂੰ ਪਤਾ ਲੱਗ ਜਾਂਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿੰਨਾ ਰੈਗਰੈਸ਼ਨ ਆਏਗਾ, ਕਿੰਨਾ ਡਿਪਰੈਸ਼ਨ ਆਏਗਾ, ਬੂਮ ਆਏਗੀ, ਮਤਲਬ ਕਿੰਨੀ ਤੇਜ਼ੀ ਆਏਗੀ, ਮੰਦੀ ਆਏਗੀ ਜਿਹਨੂੰ ਕਹਿ ਦਿੰਦੇ ਨੇ। ਕਲੀਅਰ, ਆਈ ਹੋਪ ਤੁਹਾਨੂੰ ਸਮਝ ਆ ਗਈ ਹੋਏਗੀ। ਸਿਰਫ ਥੋੜ੍ਹਾ ਜਿਹਾ ਆਹੀ ਟੌਪਿਕ ਕੰਪਲੀਕੇਟਡ ਹੈ ਆਹ ਵਾਲਾ, ਅਤੇ ਜਿਹੜਾ ਆਪਾਂ ਸਕੋਪ ਐਂਡ ਇੰਪੋਰਟੈਂਸ ਕਰਾਂਗੇ। ਉਸ ਤੋਂ ਬਾਅਦ ਜਿਹੜੇ ਤੁਸੀਂ ਬਾਕੀ ਲੈਸਨ ਕਰੋਗੇ ਨਾ ਉਹ ਇੰਨੇ ਜ਼ਿਆਦਾ ਈਜ਼ੀ ਹੈ ਨਾ ਕਿ ਉਹ ਕਰਕੇ ਤੁਹਾਡਾ ਇਕਨੋਮਿਕਸ ਵਿੱਚ ਇੰਨਾ ਜ਼ਿਆਦਾ ਇੰਟਰਸਟ ਬਣ ਜਾਏਗਾ, ਬਹੁਤ ਜ਼ਿਆਦਾ। ਮਾਈਕਰੋ ਇਕਨੋਮਿਕਸ ਤਾਂ ਤੁਹਾਡੀ ਪਹਿਲਾਂ ਹੀ ਇੰਟਰਸਟਿੰਗ ਹੈ, ਬਹੁਤ ਜ਼ਿਆਦਾ ਇੰਟਰਸਟਿੰਗ ਬੁੱਕ ਆ। ਉਹ ਤਾਂ ਸਾਰੇ ਡਾਇਗਰਾਮਸ ਨਾਲ ਸਮਝਣ ਵਾਲੀ ਹੈ, ਬਹੁਤ ਇੰਟਰਸਟਿੰਗ ਬੁੱਕ ਹੈ। ਅਤੇ ਇਹ ਬੁੱਕ ਦਾ ਸਿਰਫ ਆਹੀ ਲੈਸਨ ਥੋੜ੍ਹਾ ਕੰਪਲੀਕੇਟਡ ਹੈ, ਉਸ ਤੋਂ ਬਾਅਦ ਸਾਰੇ ਲੈਸਨ ਤੁਹਾਡੇ ਈਜ਼ੀ ਨੇ। ਕਲੀਅਰ, ਉਸ ਤੋਂ ਬਾਅਦ ਜਿਹੜੇ ਬੱਚੇ ਸਾਰੀ ਵੀਡੀਓ ਸੁਣ ਰਹੇ ਹੋਣਗੇ ਸੁਣਿਆ ਕਰੋ। ਅਤੇ ਐਂਡ 'ਤੇ ਮੈਂ ਕਹੂੰਗੀ ਕਿ ਕਮਰਸ ਵਾਲੇ ਬੱਚਿਆਂ ਵਾਸਤੇ, ਸਿਰਫ ਕਮਰਸ ਦੀ ਗੱਲ ਕਰ ਰਹੀ ਹਾਂ, ਉਹਨਾਂ ਲਈ MOP ਅਤੇ ਇਕਨੋਮਿਕਸ ਦੇ ਵਿੱਚ ਚੁਆਇਸ ਹੈ। ਉਹਨਾਂ ਨੇ MOP ਪੜ੍ਹਨੀ ਹੈ ਜਾਂ ਇਕਨੋਮਿਕਸ ਪੜ੍ਹਨੀ ਹੈ, ਇਹ ਉਹਨਾਂ ਦੀ ਇੱਛਾ। ਉਹ ਦੋਵਾਂ ਦੇ ਵਿੱਚੋਂ ਇੱਕ ਹੀ ਸਬਜੈਕਟ ਲੈਣਗੇ, MOP ਜਾਂ ਇਕਨੋਮਿਕਸ। ਮੈਂ ਇਹੀ ਚਾਹੂੰਗੀ ਕਿ ਤੁਸੀਂ ਇਕਨੋਮਿਕਸ ਪੜ੍ਹੋ, ਬਾਕੀ ਮੇਰੇ ਵੱਲ ਪ੍ਰੈਸ਼ਰ ਕੋਈ ਨਹੀਂ ਹੈ, ਜੋ ਤੁਹਾਨੂੰ ਅੱਛਾ ਲੱਗਦਾ ਉਹ ਤੁਸੀਂ ਪੜ੍ਹੋ। ਠੀਕ ਹੈ, ਜਿਹਨੇ ਪਰ ਅੱਗੇ CA ਕਰਨੀ ਹੈ ਉਹ ਇਕਨੋਮਿਕਸ ਜ਼ਰੂਰ ਰੱਖਿਓ, ਕਿਉਂਕਿ ਅੱਗੇ ਜਾ ਕੇ ਤੁਹਾਡੇ ਕਈ ਲਾਈਨਸ ਕੀ ਹੈ ਜਿਨ੍ਹਾਂ ਨੇ ਇਕਨੋਮਿਕਸ ਨਹੀਂ ਪੜ੍ਹੀ ਹੋਏਗੀ, ਕਈ ਲਾਈਨਸ ਤੁਹਾਡੇ ਲਈ ਅੱਗੇ ਜਾ ਕੇ ਬੰਦ ਹੋ ਜਾਣਗੀਆਂ, ਕਿਉਂਕਿ ਇਕਨੋਮਿਕਸ ਤੋਂ ਬਿਨਾਂ ਤੁਹਾਨੂੰ ਅਗਲੀ ਤੁਸੀਂ ਲਾਈਨ ਫਿਰ ਜੁਆਇਨ ਨਹੀਂ ਕਰ ਪਾਓਗੇ +2 ਤੋਂ ਬਾਅਦ। ਇਹ ਤੁਸੀਂ ਥੋੜ੍ਹਾ ਜਿਹਾ ਸਟੱਡੀ ਕਰਨ ਤੋਂ ਬਾਅਦ ਹੀ ਡਿਸੀਜ਼ਨ ਲਈਓ ਕਿ ਤੁਸੀਂ MOP ਲੈਣੀ ਹੈ ਜਾਂ ਇਕਨੋਮਿਕਸ ਲੈਣੀ ਹੈ। ਕਲੀਅਰ, ਬਾਕੀ ਜੇ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਹੋ। ਓਕੇ, ਥੈਂਕ ਯੂ।